ਸਤਿ ਸ਼੍ਰੀ ਅਕਾਲ ਜੀ। ਤੁਸੀਂ ਪ੍ਰਾਈਮ ਮਿਨਿਸਟਰ ਟੈਲੀਵਿਜ਼ਨ ਦੇਖ ਰਹੇ ਹੋ। ਦੋਸਤੋ, ਮੈਂ ਹਾਂ ਸਵਰਨ ਸਿੰਘ ਟਹਿਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ। ਪਹਿਲੀ ਵੱਡੀ ਖਬਰ ਦੇ ਵੱਲ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਹਾਲਬੇਨੀ ਕਰਨੀ ਬਣਦੀ ਹੈ। ਲੰਘੇ ਕੱਲ੍ਹ ਪੰਜਾਬ ਦੇ ਵਿੱਚ ਕਾਫੀ ਗਰਮੀ ਪਈ ਹੈ। ਮੌਸਮ ਵਿਭਾਗ ਨੇ ਇਹ ਗੱਲ ਕਹੀ ਹੈ ਕਿ ਆਉਂਦੇ 24 ਘੰਟਿਆਂ ਦੇ ਵਿੱਚ ਪੰਜਾਬ ਦੇ ਵਿੱਚ ਗਰਮੀ ਵੱਟ ਕੱਢਦੀ ਹੋਊਗੀ ਤੇ ਲੰਘੇ ਕੱਲ੍ਹ ਪੰਜਾਬ ਦੇ ਵਿੱਚ 39 ਤੋਂ ਲੈ ਕੇ 40 ਡਿਗਰੀ ਤੱਕ ਤਾਪਮਾਨ ਰਿਹਾ। ਕਿਸੇ ਪਾਸੇ ਬੱਦਲਵਾਈ ਨਹੀਂ ਸੀ, ਕਿਤੇ ਕੋਈ ਕਣੀ ਨਹੀਂ ਪਈ ਤੇ ਪੰਜਾਬ ਦੇ ਵਿੱਚ 2-3 ਦਿਨ ਆਪਾਂ ਜਾਣਦੇ ਹਾਂ ਕਿ ਮੀਂਹ ਪਿਆ, ਰੁਕ ਰੁਕ ਕੇ ਤੇਜ਼ ਹਨੇਰੀ ਵੀ ਚੱਲੀ ਆ, ਬੱਦਲਵਾਈ ਵੀ ਰਹੀ ਹੈ, ਜਿਹਦੇ ਕਰਕੇ ਮੌਸਮ ਦੇ ਵਿੱਚ ਕਾਫੀ ਬਦਲਾਅ ਸੀ। ਪਰ ਹੁਣ ਇੱਕਦਮ ਗਰਮੀ ਨੇ ਫਿਰ ਜ਼ੋਰ ਫੜਨਾ ਸ਼ੁਰੂ ਕਰ ਦਿੱਤਾ ਤੇ ਜੇਕਰ ਪਹਿਲੀ ਵੱਡੀ ਖਬਰ ਦੇ ਵੱਲ ਜਾਂਦੇ ਆ ਤਾਂ ਉਹ ਕਿਸਾਨ ਅੰਦੋਲਨ ਨਾਲ ਜੁੜੀ ਹੋਈ ਆ। ਪਰ ਉਸ ਤੋਂ ਪਹਿਲਾਂ ਇੱਕ ਹੋਰ ਗੱਲ ਸਾਂਝੀ ਕਰਨੀ ਬਣਦੀ ਹੈ। ਜੇ ਆਪਾਂ ਕਿਸੇ ਵੀ ਨਿੱਜੀ ਲੈਬੋਰਟਰੀ ਦੇ ਵਿੱਚ ਜਾ ਕੇ ਆਪਣਾ ਕਰੋਨਾ ਟੈਸਟ ਕਰਵਾਉਂਦੇ ਆ ਤਾਂ ਕਈ ਵਾਰੀ ਗਲਤੀ ਆ ਜਾਂਦੀ ਹੈ। ਆਪਾਂ ਜਾਣਦੇ ਕਿ ਪੰਜਾਬ ਦੇ ਜੇਲ੍ਹ ਵਿਭਾਗ ਦੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਕਰੋਨਾ ਟੈਸਟ ਕਰਵਾਇਆ ਸੀ। ਜਦੋਂ ਵਿਧਾਨ ਸਭਾ ਦਾ ਸੈਸ਼ਨ ਚੱਲਣਾ ਸੀ, ਉਦੋਂ ਇੱਕ ਥਾਂ ਦੇ ਉੱਤੇ ਪੋਜ਼ੀਟਿਵ ਆਇਆ, 2 ਲੈਬੋਰਟਰੀਆਂ ਦੇ ਵਿੱਚੋਂ ਨੈਗੇਟਿਵ ਆਇਆ ਸੀ। ਉਸ ਤੋਂ ਬਾਅਦ ਕਈ ਤਰ੍ਹਾਂ ਦੇ ਸਵਾਲ ਉੱਠੇ ਸੀ ਵੀ ਇਹ ਕਿਹੜੀ ਦੇ ਉੱਤੇ ਯਕੀਨ ਕਰੀਏ, ਕਿਹੜੀ ਲੈਬੋਰਟਰੀ ਦੇ ਉੱਤੇ ਯਕੀਨ ਕਰੀਏ, ਸਰਕਾਰੀ ਦੇ ਉੱਤੇ ਕਰੀਏ ਜਾਂ ਨਿੱਜੀ ਲੈਬੋਰਟਰੀ ਦੇ ਉੱਤੇ ਯਕੀਨ ਕਰੀਏ। ਆਮ ਲੋਕਾਂ ਦੇ ਵਿੱਚੋਂ ਵੱਡੀ ਗਿਣਤੀ ਨੂੰ ਇਹੋ ਜਿਹੀਆਂ ਸਮੱਸਿਆਵਾਂ ਦਾ ਹੁਣ ਤੱਕ ਕਈ ਵਾਰ ਸਾਹਮਣਾ ਕਰਨਾ ਪਿਆ। ਇਸ ਲੈਬੋਰਟਰੀ ਦੇ ਉੱਤੇ ਪੋਜ਼ੀਟਿਵ ਆ ਜਾਂਦਾ ਕਰੋਨਾ, ਇਧਰਲੇ ਪਾਸੇ ਨੈਗੇਟਿਵ ਆ ਜਾਂਦਾ। ਪਰ ਇਹ ਹੋਈ ਲੈਬੋਰਟਰੀਆਂ ਦੀ ਗੱਲ। ਅਸੀਂ ਕਹਿ ਦਿੰਦੇ ਹਾਂ ਕਿ ਮੁਹੱਲਿਆਂ ਦੇ ਵਿੱਚ ਜਿਹੜੀਆਂ ਲੈਬੋਰਟਰੀਆਂ ਖੁੱਲ੍ਹੀਆਂ, ਉਹਨਾਂ ਦੇ ਕੋਲੇ ਸ਼ਾਇਦ ਪੂਰੇ ਤਰੀਕੇ ਦੇ ਨਾਲ ਹਰ ਚੀਜ਼ ਨਾ ਹੋਵੇ। ਜਿਹੜੀਆਂ ਵੀ ਉੱਥੇ ਜ਼ਰੂਰੀ ਚੀਜ਼ਾਂ ਹੁੰਦੀਆਂ, ਹੋ ਸਕਦਾ ਉਹਨਾਂ ਦੀ ਘਾਟ ਹੋਵੇ, ਹੋ ਸਕਦਾ ਉਹਨਾਂ ਦਾ ਟੈਸਟ ਕਰਨ ਦੇ ਤਰੀਕੇ ਦੇ ਵਿੱਚ ਕੋਈ ਨਾ ਕੋਈ ਫਰਕ ਹੋਵੇ। ਪਰ ਜੇਕਰ ਮੇਦਾਂਤਾ ਹਸਪਤਾਲ, ਜਿਹੜਾ ਭਾਰਤ ਦੇ ਸਭ ਤੋਂ ਵੱਡੇ ਹਸਪਤਾਲਾਂ ਦੇ ਵਿੱਚੋਂ ਇੱਕ ਮੰਨਿਆ ਜਾਂਦਾ, ਉੱਥੇ ਵੀ ਇੱਕ ਵਾਰ ਰਿਪੋਰਟ ਪੋਜ਼ੀਟਿਵ ਆਵੇ ਤੇ ਬਾਅਦ ਦੇ ਵਿੱਚ 20 ਘੰਟਿਆਂ ਦੇ ਅੰਦਰ ਅੰਦਰ ਰਿਪੋਰਟ ਨੈਗੇਟਿਵ ਆ ਜਾਵੇ ਤਾਂ ਫਿਰ ਕਈ ਤਰ੍ਹਾਂ ਦੇ ਸਵਾਲ ਉੱਠਣੇ ਕੁਦਰਤੀ ਆ। ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਪੇਟ ਦੇ ਵਿੱਚ ਦਰਦ ਹੋਣ ਤੋਂ ਬਾਅਦ, ਕੁਝ ਕੁ ਹੋਰ ਸਿਹਤ ਸਮੱਸਿਆਵਾਂ ਦੇ ਨਾਲ ਜੂਝਣ ਤੋਂ ਬਾਅਦ ਪਤਾ ਲੱਗਾ ਜੇ ਕਿ ਮੇਦਾਂਤਾ ਹਸਪਤਾਲ ਦੇ ਵਿੱਚ ਲੈ ਕੇ ਗਏ। ਅਚਾਨਕ ਇਹ ਖਬਰ ਆਉਂਦੀ ਹੈ ਕਿ ਜੀ ਉਹ ਕਰੋਨਾ ਪੋਜ਼ੀਟਿਵ ਪਾਏ ਗਏ ਆ। ਉਸ ਤੋਂ ਬਾਅਦ ਖਬਰ ਇਹ ਆਉਂਦੀ ਹੈ ਵੀ ਗੁਰਮੀਤ ਰਾਮ ਰਹੀਮ ਦੇ ਨਾਲ ਉਹਨਾਂ ਦੀ ਮੂੰਹ ਬੋਲੀ ਧੀ ਹਨੀਪ੍ਰੀਤ ਦੇ ਵੱਲੋਂ ਮੁਲਾਕਾਤ ਕੀਤੀ ਜਾਂਦੀ ਹੈ। ਗੁਰਮੀਤ ਰਾਮ ਰਹੀਮ ਦੇ ਨਾਲ ਮੁਲਾਕਾਤ ਦੇ ਲਈ 15 ਜੂਨ ਤੱਕ ਦੇ ਲਈ ਉਹਨਾਂ ਦਾ ਅਟੈਂਡੈਂਟ ਕਾਰਡ ਬਣਾ ਕੇ ਦਿੱਤਾ ਜਾਂਦਾ। ਕਹਿਣ ਦਾ ਭਾਵ ਇਹ ਹੈ ਕਿ ਹਨੀਪ੍ਰੀਤ ਸੇਵਾ ਕਰ ਸਕੂਗੀ, ਦੇਖਭਾਲ ਕਰ ਸਕੂਗੀ। ਪਰ ਫਿਰ ਖਬਰ ਆਉਂਦੀ ਹੈ 20 ਘੰਟਿਆਂ ਬਾਅਦ ਕਿ ਉਹਨਾਂ ਦਾ ਟੈਸਟ ਨੈਗੇਟਿਵ ਆ ਗਿਆ। ਪਹਿਲਾਂ ਵਾਲਾ ਸੀਗਾ ਪੋਜ਼ੀਟਿਵ ਆਇਆ, ਹੁਣ ਆ ਗਿਆ ਨੈਗੇਟਿਵ। ਪਹਿਲਾਂ ਰੈਪਿਡ ਟੈਸਟ ਕੀਤਾ ਸੀ, ਹੁਣ ਜਿਹੜਾ ਦੂਜਾ ਟੈਸਟ ਉਹ ਕੀਤਾ ਗਿਆ ਸੀ। ਪਰ ਹੁਣ ਸਵਾਲ ਇਹ ਪੈਦਾ ਹੁੰਦਾ ਕਿ ਹੁਣ ਜਦੋਂ ਨੈਗੇਟਿਵ ਰਿਪੋਰਟ ਆ ਗਈ ਹੈ ਤਾਂ ਗੁਰਮੀਤ ਰਾਮ ਰਹੀਮ ਨੂੰ ਵਾਪਸ ਜੇਲ੍ਹ ਦੇ ਵਿੱਚ ਲਿਆਂਦਾ ਜਾਊਗਾ ਜਾਂ ਸਿਹਤ ਦੀਆਂ ਹੋਰ ਸਮੱਸਿਆਵਾਂ ਦੇ ਨਾਲ ਜਿਹੜੇ ਉਹ ਜੂਝ ਰਹੇ ਆ, ਜਿਵੇਂ ਕਿ ਦੱਸਿਆ ਗਿਆ, ਉਹਨਾਂ ਦਾ ਹੁਣ ਇਲਾਜ ਚੱਲੂਗਾ। ਸੋ ਪਿਛਲੇ ਕੁਝ ਕੁ ਮਹੀਨਿਆਂ ਦੇ ਵਿੱਚ 4 ਵਾਰ ਉਹਨਾਂ ਨੂੰ ਰੋਹਤਕ ਦੀ ਸੁਨਾਰੀਆ ਜੇਲ੍ਹ ਦੇ ਵਿੱਚੋਂ ਬਾਹਰ ਲਿਆਂਦਾ ਗਿਆ। ਲੋਕਾਂ ਦੇ ਇਸ ਮਾਮਲੇ ਦੇ ਉੱਤੇ 100 ਕਿਸਮ ਦੇ ਵਿਚਾਰ ਆ, 100 ਕਿਸਮ ਦੀ ਰਾਏ ਆ। ਕੁਝ ਕੁ ਲੋਕਾਂ ਦਾ ਇਹ ਕਹਿਣਾ ਕਿ 2022 ਦੇ ਮੱਦੇਨਜ਼ਰ ਗੁਰਮੀਤ ਰਾਮ ਰਹੀਮ ਨੂੰ ਬਾਹਰ ਲੈ ਕੇ ਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਕੁਝ ਕੁ ਲੋਕਾਂ ਦਾ ਇਹ ਕਹਿਣਾ ਵੀ ਸਿਹਤ ਕਿਸੇ ਦੀ ਵੀ ਖਰਾਬ ਹੋ ਸਕਦੀ ਹੈ, ਗੁਰਮੀਤ ਰਾਮ ਰਹੀਮ ਦੀ ਵੀ ਖਰਾਬ ਹੋ ਗਈ ਹੋਣੀ ਹੈ। ਕਹਿਣ ਦਾ ਭਾਵ ਇਹ ਹੈ ਕਿ ਸਭ ਦੇ ਆਪੋ ਆਪਣੇ ਵਿਚਾਰ ਹੈ। ਪਰ ਇਸ ਗੱਲ ਦੇ ਉੱਤੇ ਹਰ ਕੋਈ ਹੈਰਾਨ ਆ ਕਿ ਮੇਦਾਂਤਾ ਹਸਪਤਾਲ ਦੇ ਵਿੱਚ 20 ਘੰਟੇ ਪਹਿਲਾਂ ਰਿਪੋਰਟ ਪੋਜ਼ੀਟਿਵ ਆ ਜੇ ਤੇ 20 ਘੰਟੇ ਬਾਅਦ ਰਿਪੋਰਟ ਨੈਗੇਟਿਵ ਆਵੇ। ਇਹ ਚਮਤਕਾਰ ਕਿਵੇਂ ਹੋਣ ਲੱਗ ਪਏ? ਹੁਣ ਜਿਹੜੀ ਪਹਿਲੀ ਵੱਡੀ ਖਬਰ ਹੈ ਉਹ ਕਿਸਾਨਾਂ ਦੇ ਜਲਵੇ ਨਾਲ ਜੁੜੀ ਹੋਈ ਹੈ। ਜੇ ਗੱਲ ਮੈਂ ਸ਼ੁੱਧ ਸ਼ਬਦਾਂ ਦੇ ਵਿੱਚ ਕਹਾਂ, ਬੜੀ ਸਰਲ ਭਾਸ਼ਾ ਦੇ ਵਿੱਚ, ਤਾਂ ਕਿਸਾਨਾਂ ਨੇ ਉੱਥੇ ਫੱਟੇ ਚੱਕਤੇ। ਕਿਸਾਨਾਂ ਨੇ ਹਰਿਆਣੇ ਦੇ ਟੋਹਾਣਾ ਖੇਤਰ ਦੇ ਵਿੱਚ ਸਰਕਾਰ ਦੀ ਚੀਖ ਕਢਾਤੀ। ਪੁਲਿਸ ਜਿਹਦੇ ਵੱਲੋਂ ਜ਼ਿਆਰਤੀ ਕੀਤੀ ਜਾ ਰਹੀ ਸੀ ਉਹਦੀ ਬੱਸ ਕਰਵਾਤੀ ਤੇ ਹੁਣ ਅਗਲੀ ਤਿਆਰੀ ਹੈ ਜਿਹੜੀ ਕਿਸਾਨਾਂ ਨੇ ਹੋਰ ਡਟ ਕੇ ਕਰ ਲਈ ਹੈ। ਆਪਾਂ ਪਿਛਲੇ ਦਿਨੀ ਖਬਰ ਸਾਂਝੀ ਕੀਤੀ ਸੀ ਕਿ ਦਵਿੰਦਰ ਸਿੰਘ ਬਬਲੀ, ਜਿਹੜਾ ਕਿ ਇਸ ਵਕਤ ਜਨਨਾਇਕ ਜਨਤਾ ਪਾਰਟੀ ਦਾ ਵਿਧਾਇਕ ਆ, ਉਹਦੇ ਵੱਲੋਂ ਇੱਕ ਪ੍ਰੋਗਰਾਮ ਦੇ ਵਿੱਚ ਜਾਇਆ ਜਾ ਰਿਹਾ ਸੀ ਤੇ ਕਿਸਾਨਾਂ ਨੇ ਉਹਨੂੰ ਘੇਰਾ ਪਾ ਲਿਆ। ਉਸ ਤੋਂ ਬਾਅਦ ਕਿਸਾਨਾਂ ਦੇ ਨਾਲ ਥੋੜ੍ਹੀ ਬਹੁਤੀ ਹੱਥੋਂ ਪਾਈ ਵੀ ਹੋਈ ਤੇ ਦਵਿੰਦਰ ਬਬਲੀ ਦੀ ਗੱਡੀ ਦਾ ਪਿਛਲਾ ਸ਼ੀਸ਼ਾ ਟੁੱਟ ਗਿਆ। ਉਸ ਤੋਂ ਬਾਅਦ ਉਹਨੇ ਬਾਹਰ ਨਿਕਲ ਕੇ ਧੀਆਂ ਭੈਣਾਂ ਦੀਆਂ ਕਿਸਾਨਾਂ ਨੂੰ ਗਾਲਾਂ ਕੱਢੀਆਂ ਸੀ। ਕਿਸਾਨਾਂ ਨੇ ਇਹ ਗੱਲ ਕਹੀ ਸੀ ਵੀ ਬਬਲੀ ਜਾਂ ਤਾਂ ਮਾਫੀ ਮੰਗੇ ਵੀਡੀਓ ਬਣਾ ਕੇ ਤੇ ਜਾਂ ਫਿਰ ਇਹਦੇ ਉੱਤੇ ਪਰਚਾ ਦਰਜ ਕਰੇ ਪੁਲਿਸ। ਪਰ ਉਹਨੇ ਜਦੋਂ ਰੌਲਾ ਵੱਧਦਾ ਵੇਖਿਆ ਤਾਂ ਦਵਿੰਦਰ ਬਬਲੀ ਨੇ ਵੀਡੀਓ ਬਣਾ ਕੇ ਮਾਫੀ ਵੀ ਮੰਗ ਲਈ। ਉਹਨੇ ਇਹ ਗੱਲ ਕਹੀ ਜੀ ਕਿ ਮੇਰੇ ਤੋਂ ਗਲਤੀ ਹੋ ਗਈ ਆ, ਮੈਂ ਗੁੱਸੇ ਦੇ ਵਿੱਚ ਆ ਕੇ ਅਪਸ਼ਬਦਾਂ ਦੀ ਵਰਤੋਂ ਕਰ ਬੈਠਿਆ। ਪਰ ਜਿਹੜੇ ਕਿਸਾਨਾਂ ਦੇ ਉੱਤੇ ਪੁਲਿਸ ਨੇ ਪਰਚਾ ਦਰਜ ਕੀਤਾ ਸੀ, ਪੁਲਿਸ ਉਹਨਾਂ ਕਿਸਾਨਾਂ ਦੇ ਉੱਤੇ ਦਰਜ ਪਰਚਾ ਰੱਦ ਨਹੀਂ ਸੀ ਕਰਦੀ, ਸਗੋਂ ਇਹ ਗੱਲ ਕਹਿੰਦੀ ਸੀ ਵੀ ਅਸੀਂ ਪੂਰੀ ਸਖਤੀ ਕਰਾਂਗੇ, ਅਸੀਂ ਹੋਰ ਵੀ ਸਖਤੀ ਵਰਤਾਂਗੇ ਜਿੰਨੀ ਹੁਣ ਵਰਤੀ ਇਹਦੇ ਨਾਲੋਂ ਵੱਧ ਵੀ। ਤੇ ਇਹ ਗੱਲ ਅਨਿਲ ਵਿਜ ਨੇ ਵੀ ਕਹੀ ਸੀ, ਜਿਹੜੇ ਕਿ ਹਰਿਆਣੇ ਦੇ ਕੈਬਨਿਟ ਮੰਤਰੀ ਆ। ਉਹ ਕਹਿੰਦੇ ਬर्दाश्त नहीं किए जाएंगे ऐसे किसान, अगर इन्होंने हमारी विरोधता करनी है तो 200 मीटर दूर खड़े होकर करें तो हम नज़दीक नहीं आने देंगे। तो उस तो बाद किसानों ने ऐसा पंजी का भौण दिखाया भी कल सारे ही किसानों के उत्ते दर्ज किए परचे रद्द करने पे आ ਤੇ ਕਿਸਾਨ ਆਗੂ ਜਿਹੜੇ ਹਿਰਾਸਤ ਦੇ ਵਿੱਚ ਲਏ ਸੀਗੇ ਉਹ ਛੱਡਣੇ ਪਏ ਆ। ਹੁਣ ਸਵਾਗਤ ਕਰਨਾ ਚਾਹੀਦਾ
ਹਰਿਆਣੇ ਦੇ ਉਹਨਾਂ ਕਿਸਾਨਾਂ ਦਾ ਜਿਹੜੇ ਕਿ ਗੁਰਨਾਮ ਸਿੰਘ ਚੜੂਨੀ ਜਾਂ ਰਕੇਸ਼ ਟਕੈਤ ਜਾਂ ਜਿਹੜੀਆਂ ਵੀ ਖਾਪ ਪੰਚਾਇਤਾਂ ਉਹਨਾਂ ਦੇ ਇੱਕ ਸੱਦੇ ਦੇ ਉੱਤੇ ਵੱਖ-ਵੱਖ ਥਾਵਾਂ ਦੇ ਉੱਤੇ ਲਾਮਬੰਦ ਹੋ ਕੇ ਪਹੁੰਚ ਜਾਂਦੇ ਆ। ਸਾਡੇ ਪੰਜਾਬ ਦੇ ਕਿਸਾਨ ਵੀ ਇਸ ਵਕਤ ਬਾਰਡਰਾਂ ਦੇ ਉੱਤੇ ਬੈਠੇ ਹੋਏ ਆ। ਸਲਾਮ ਆ ਉਹਨਾਂ ਦੀ ਸੋਚ ਨੂੰ। ਜਿਹੜੇ ਲੋਕ ਜਾ ਰਹੇ ਆ, ਜਿਹੜੇ ਲੋਕ ਆ ਰਹੇ ਆ ਸਿਰੜ ਦੇ ਨਾਲ, ਉਹਨਾਂ ਨੂੰ ਸਲਾਮ ਕਰਨੀ ਬਣਦੀ ਆ, ਪਰ ਅਸੀਂ ਨਗੋਚਾਂ ਦੇ ਵਿੱਚ ਬਹੁਤ ਪੈ ਜਾਂਦੇ ਆ। ਇੱਧਰੋਂ ਚੜੂਨੀ ਦਾ ਸੱਦਾ ਆਇਆ, ਹਰਿਆਣੇ ਦੇ ਸਾਰੇ ਕਿਸਾਨ ਇਕੱਠੇ ਹੋ ਗਏ, ਪਰ ਜੇਕਰ ਪੰਜਾਬ ਦੇ ਵਿੱਚੋਂ ਸੱਦਾ ਆਉਂਦਾ ਤਾਂ ਫਿਰ ਅਸੀਂ ਨਗੋਚਾ ਕੱਢਣ ਲੱਗ ਪੈਂਦੇ ਹਾਂ ਵੀ ਫਲਾਣਾ ਤਾਂ ਬਹੁਤ ਗੰਦਾ ਹੈ, ਫਲਾਣਾ ਤਾਂ ਬਹੁਤ ਮਾੜਾ ਹੈ, ਫਲਾਣਾ ਤਾਂ ਵਿਕਿਆ ਹੋਇਆ ਹੈ, ਫਲਾਣੇ ਤਾਂ ਫਲਾਣੀ ਪਾਰਟੀ ਨਾਲ ਮਿਲਿਆ ਹੋਇਆ ਹੈ, ਐਡੀ ਗੰਢ ਤੋਂ ਪਤਾ ਫਲਾਣੇ ਨਾਲ ਹੋ ਚੁੱਕੀ ਹੈ। ਅਸੀਂ ਆਪਦੇ ਆਪ ਹੀ ਕਹਾਣੀਆਂ ਬਹੁਤ ਘੜਦੇ ਹਾਂ। ਇਹ ਸਾਡੀ ਇੱਕ ਸਮੱਸਿਆ, ਬਹੁ ਗਿਣਤੀ ਲੋਕਾਂ ਦੀ, ਸਾਰੇ ਤਾਂ ਇੱਕੋ ਜਿਹੇ ਨਹੀਂ ਆ। ਸੋ ਇਸ ਕਰਕੇ ਪੰਜਾਬ ਦੇ ਕਿਸਾਨਾਂ ਨੂੰ ਵੀ, ਜਿਨ੍ਹਾਂ ਨੇ ਕਿ ਇਹ ਅੰਦੋਲਨ ਸ਼ੁਰੂ ਕੀਤਾ, ਇਕੱਲੇ ਕਿਸਾਨ ਹੀ ਕਿਉਂ, ਜਿੰਨੇ ਵੀ ਲੋਕ ਰੋਟੀ ਖਾਂਦੇ ਆ ਉਹਨਾਂ ਨੂੰ ਵੀ ਸਿਰੜ ਦੇ ਨਾਲ ਅੱਗੇ ਵਧਣਾ ਚਾਹੀਦਾ। ਇਸ ਵਕਤ ਹਰਿਆਣੇ ਨੇ ਨੰਬਰ ਹਾਸਲ ਕਰ ਲਿਆ। ਉਹਨਾਂ ਨੇ ਕਿਸੇ ਦੇ ਪਿੱਛੇ ਲੱਗਣ ਦੀ ਥਾਂ ਦੇ ਉੱਤੇ ਉਹਨਾਂ ਰਾਜਨੀਤਿਕ ਲੋਕਾਂ ਦਾ ਵਿਰੋਧ ਸਿਖਰ ਦੇ ਉੱਤੇ ਪਹੁੰਚਾ ਦਿੱਤਾ, ਜਿਨ੍ਹਾਂ ਨੇ ਕਿਸਾਨਾਂ ਨੂੰ, ਹਰਿਆਣੇ ਦੇ ਆਮ ਲੋਕਾਂ ਨੂੰ ਝਕਾਨੀਆਂ ਦਿੱਤੀਆਂ। ਤੇ ਸਾਡੇ ਇੱਥੇ ਪੰਜਾਬ ਦੇ ਵਿੱਚ ਕੁਝ ਕੁ ਲੋਕ ਇਹੋ ਜਿਹੇ, ਸਾਰੇ ਨਹੀਂ, ਜਿਹੜੇ ਕਿ ਬਾਰਡਰ ਦੇ ਉੱਤੇ ਵੀ ਜਾਂਦੇ ਹੋਣਗੇ, ਸ਼ਾਇਦ, ਮੈਨੂੰ ਪਤਾ ਨਹੀਂ, ਪਰ ਉਹ ਰਾਜਨੀਤਿਕ ਲੋਕਾਂ ਨੇ ਮਗਰ ਵੀ ਝੰਡੀ ਲੈ ਕੇ ਤੁਰ ਪੈਂਦੇ ਆ। ਪਰ ਜਿਹੜੇ ਲੋਕ ਸਿਰੜੀ ਆ, ਜਿਹੜੇ ਲੋਕ ਇਹ ਗੱਲ ਕਹਿੰਦੇ ਆ ਵੀ ਸਾਨੂੰ ਕਿਸਾਨਾਂ ਨੂੰ ਕਿਸੇ ਨੇ ਕੁਛ ਨਹੀਂ ਦਿੱਤਾਗਾ, ਜਿਹੜੇ ਲੋਕ ਤਰਕ ਦੇ ਨਾਲ ਚੱਲਦੇ ਆ, ਉਹਨਾਂ ਲੋਕਾਂ ਨੂੰ ਲੱਖ ਵਾਰ ਨਹੀਂ, ਮੈਂ ਕਰੋੜ ਵਾਰ ਅੱਜ ਫਿਰ ਸਲਾਮ ਕਰਦਾ। ਪਰ ਆਪਾਂ ਸਾਰੇ ਇੱਕ ਸੋਚ ਦੇ ਧਾਰਨੀ ਬਣੀਏ, ਆਪਾਂ ਸਾਰੇ ਰਾਜਨੀਤਿਕ ਲੋਕਾਂ ਦੇ ਪਿੱਛੇ ਲੱਗ ਨਾ ਬਣੀਏ। ਇਹ ਸਮੇਂ ਦੀ ਬਹੁਤ ਵੱਡੀ ਜ਼ਰੂਰਤ ਹੈ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਸਾਂਝਾ ਕਰਦੇ ਹਾਂ ਵੀ ਟੋਹਾਣੇ ਦੇ ਵਿੱਚ ਫੱਟੇ ਕਿਵੇਂ ਚੱਕੇ ਕਿਸਾਨਾਂ ਨੇ, ਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਸੰਯੁਕਤ ਕਿਸਾਨ ਮੋਰਚੇ ਨੇ ਸੋਮਵਾਰ ਨੂੰ ਗ੍ਰਿਫਤਾਰ ਕੀਤੇ ਗਏ 2 ਕਿਸਾਨਾਂ ਨੂੰ ਰਿਹਾ ਕੀਤੇ ਜਾਣ ਤੋਂ ਬਾਅਦ ਹਰਿਆਣਾ ਦੇ ਸਾਰੇ ਥਾਣਿਆਂ ਦੇ ਬਾਹਰ ਪ੍ਰਦਰਸ਼ਨ ਕਰਨ ਦੀਆਂ ਯੋਜਨਾਵਾਂ ਰੱਦ ਕਰ ਦਿੱਤੀਆਂ। ਪਰ ਉਹ ਟੋਹਾਣਾ ਦੇ ਵਿੱਚ ਆਪਣਾ ਪ੍ਰਦਰਸ਼ਨ ਜਾਰੀ ਰੱਖਣਗੇ, ਕਿਉਂਕਿ ਇੱਕ ਹੋਰ ਵਿਅਕਤੀ ਅਜੇ ਵੀ ਜੇਲ੍ਹ ਦੇ ਵਿੱਚ ਬੰਦ ਹੈ। ਬੁੱਧਵਾਰ ਦੀ ਰਾਤ ਇੱਥੇ ਜਨ ਨਾਇਕ ਜਨਤਾ ਪਾਰਟੀ ਦੇ ਵਿਧਾਇਕ ਦਵਿੰਦਰ ਬਬਲੀ ਦੀ ਰਿਹਾਇਸ਼ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕਰਨ ਤੋਂ ਬਾਅਦ ਕਿਸਾਨਾਂ ਦੇ ਇੱਕ ਸਮੂਹ ਖਿਲਾਫ FIR ਦਰਜ ਕੀਤੀ ਗਈ। ਪੁਲਿਸ ਨੇ ਘਟਨਾ ਦੇ ਸੰਬੰਧ ਦੇ ਵਿੱਚ ਵਿਕਾਸ ਤੇ ਰਵੀ ਆਜ਼ਾਦ ਨੂੰ ਗ੍ਰਿਫਤਾਰ ਕੀਤਾ। ਦੋਵਾਂ ਵਿਰੁੱਧ ਭਾਰਤੀ ਦੰਡਾਵਲੀ ਤੇ ਆਪਦਾ ਪ੍ਰਬੰਧਨ ਐਕਟ ਯਾਨੀ ਕਿ ਮਹਾਮਾਰੀ ਪ੍ਰਬੰਧਨ ਐਕਟ 2005 ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਪਰਚਾ ਦਰਜ ਕੀਤਾ ਗਿਆ। ਭਾਰਤੀ ਕਿਸਾਨ ਯੂਨੀਅਨ ਦੇ ਆਗੂ ਕਾਸੀ ਰਾਮ ਨੈਨ ਨੇ ਕਿਹਾ ਕਿ ਰਵੀ ਆਜ਼ਾਦ ਤੇ ਵਿਕਾਸ ਨੂੰ ਤੜਕੇ ਜੇਲ੍ਹ 'ਚੋਂ ਰਿਹਾ ਕਰ ਦਿੱਤਾ ਗਿਆ ਸੀ, ਪਰ ਬਾਅਦ ਦੇ ਵਿੱਚ ਥਾਣਾ ਘਿਰਾਓ ਦੀ ਯੋਜਨਾ ਨੂੰ ਵੀ ਰੱਦ ਕਰ ਦਿੱਤਾ ਗਿਆ। ਉਹਨਾਂ ਨੇ ਕਿਹਾ ਕਿ ਇੱਕ ਹੋਰ ਕਿਸਾਨ ਮਜ਼ਦੂਰ ਵਜੋਂ ਅਜੇ ਵੀ ਜੇਲ੍ਹ ਦੇ ਵਿੱਚ ਹੋਣ ਕਰਕੇ ਸਦਰ ਥਾਣਾ ਅਹਾਤੇ ਵਿੱਚ ਧਰਨਾ ਜਾਰੀ ਰਹੇਗਾ। ਇਸ ਤੋਂ ਪਹਿਲਾਂ ਕਿਸਾਨ ਨੇਤਾਵਾਂ ਨੇ ਕਿਹਾ ਸੀ ਕਿ ਸਿਰਫ 2 ਵਰਕਰ ਜੇਲ੍ਹ ਦੇ ਵਿੱਚ ਨੇ। ਉਹਨਾਂ ਨੇ ਬਬਲੀ ਦੇ ਵਿਰੋਧ ਦੇ ਸਿਲਸਿਲੇ ਦੇ ਵਿੱਚ ਕਿਸਾਨਾਂ ਸਮੇਤ ਜੇਲ੍ਹ ਵਿੱਚ ਬੰਦ ਹੋਰਨਾਂ ਲੋਕਾਂ ਖਿਲਾਫ ਦਰਜ ਕੇਸ ਵਾਪਸ ਲੈਣ ਦੀ ਵੀ ਮੰਗ ਕੀਤੀ। ਆਜ਼ਾਦ ਨੂੰ ਤੇ ਉਹਨਾਂ ਦੇ ਇੱਕ ਸਾਥੀ ਨੂੰ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਤੇ ਸੋਮਵਾਰ ਤੜਕੇ ਜੇਲ੍ਹ ਦੇ ਵਿੱਚੋਂ ਉਹ ਰਿਹਾ ਹੋ ਗਏ। ਇਸ ਖਬਰ ਦੇ ਉੱਤੇ ਟਿੱਪਣੀ ਕਰਨਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ, ਹਰਿਆਣੇ ਦੇ ਵਿੱਚ ਜਿਸ ਤਰੀਕੇ ਦੇ ਨਾਲ ਕਿਸਾਨ ਇਕਜੁੱਟ ਹੈ, ਉਹਨਾਂ ਕਿਸਾਨਾਂ ਦੇ ਸਿਰੜ ਨੂੰ ਵੀ ਸਲਾਮ ਕਰਦੇ ਆ। ਹਰਿਆਣੇ ਦੇ ਵਿੱਚ ਇੱਕ ਆਵਾਜ਼ ਦੇ ਉੱਤੇ ਕਿਸਾਨ ਇਕੱਠੇ ਹੋ ਜਾਂਦੇ ਆ ਤੇ ਉਹਨਾਂ ਦੇ ਇਸ ਇਕੱਠ ਨੂੰ, ਉਹਨਾਂ ਦੀ ਏਕਤਾ ਨੂੰ ਵੀ ਸਲਾਮ ਕਰਨੀ ਬਣਦੀ ਹੈ। ਮੈਨੂੰ ਬਹੁਤ ਸਾਰੇ ਸੱਜਣਾਂ ਨੇ ਟੋਹਾਣੇ ਦੇ ਵਿੱਚੋਂ ਫੋਟੋਆਂ ਭੇਜੀਆਂ, ਵੀਡੀਓ ਬਣਾ ਭੇਜੀਆਂ ਕਿ ਬਾਈ ਜੀ ਇੰਨੇ ਵੱਡੇ ਪੱਧਰ ਦੇ ਉੱਤੇ ਇੱਥੇ ਇਕੱਠ ਹੋਇਆ ਪਿਆ। ਬਾਈ ਜੀ ਇਸ ਤਰੀਕੇ ਦੇ ਨਾਲ ਲੋਕ ਆ ਜਿਹੜੇ ਇੱਥੇ ਲਾਮਬੰਦ ਹੋਏ ਪਏ ਆ। ਪੁਲਿਸ ਛਾਉਣੀ ਬਣਿਆ ਪਿਆ ਸੀ ਟੋਹਾਣਾ ਖੇਤਰ, ਪਰ ਪੁਲਿਸ ਦੇ ਨਾਲੋਂ ਫਿਰ ਵੀ ਕਿਸਾਨਾਂ ਦੀ ਗਿਣਤੀ ਵੱਧ ਸੀ ਤੇ ਪ੍ਰਸ਼ਾਸਨ ਨੂੰ ਇਸ ਗੱਲ ਦਾ ਫਿਕਰ ਪੈ ਗਿਆ ਵੀ ਜੇਕਰ ਪੂਰੇ ਹਰਿਆਣੇ ਦੇ ਵਿੱਚ ਥਾਣਿਆਂ ਨੂੰ ਘੇਰਨਾ ਸ਼ੁਰੂ ਕਰਤਾ ਤਾਂ ਫਿਰ ਸਾਡਾ ਬਣੂਗਾ ਕੀ, ਫਿਰ ਸਾਡੀ ਕਿਰਕਰੀ ਬਹੁਤ ਵੱਡੇ ਪੱਧਰ ਦੇ ਉੱਤੇ ਹੋ ਜਾਣੀ ਆ। ਪੰਜਾਬ ਦੇ ਵੀ ਵੱਖ-ਵੱਖ ਜ਼ਿਲ੍ਹਿਆਂ ਦੇ ਕਿਸਾਨ ਆ ਜਿਹੜੇ ਉਹ ਹਰਿਆਣੇ ਦੇ ਵੱਲ ਕੂਚ ਕਰ ਸਕਦੇ ਆ। ਇਹੋ ਜਿਹੀਆਂ ਖਬਰਾਂ ਪ੍ਰਾਪਤ ਹੋਈਆਂ ਸੀ। ਯੂਪੀ ਦੇ ਵਿੱਚੋਂ ਵੀ ਕਿਸਾਨ ਉੱਥੇ ਆ ਕੇ ਬਹਿ ਗਏ ਸੀ। ਹੁਣ ਕਿਸਾਨਾਂ ਨੇ ਇਹ ਵੀ ਗੱਲ ਕਹੀ ਆ ਕਿ ਬਾਰਡਰਾਂ ਦੇ ਉੱਤੇ ਤਾਂ ਮੋਰਚਾ ਚੱਲੂਗਾ ਹੀ, ਪਰ ਹੁਣ ਇਹ ਟੋਹਾਣੇ ਦੇ ਵੱਲ ਤੇ ਵੱਖ-ਵੱਖ ਹੋਰ ਥਾਵਾਂ ਦੇ ਵੱਲ ਵੀ ਚੱਲੂਗਾ। ਕਹਿਣ ਦਾ ਭਾਵ ਇਹ ਆ ਕਿ ਕਿਸਾਨ ਇਸ ਵਕਤ ਆਰ ਜਾਂ ਪਾਰ ਦੀ ਜੰਗ ਦੇ ਉੱਤੇ ਆਏ ਹੋਏ ਆ। ਫਿਕਰ ਮੋਦੀ ਸਰਕਾਰ ਦਾ ਵਧਣਾ ਕੁਦਰਤੀ ਹੈ, ਪਰ ਉਹ ਮੰਨ ਕੇ ਰਾਜ਼ੀ ਨਹੀਂ। ਉਹਦੇ ਪਿੱਛੇ ਕਾਰਨ ਪਤਾ ਨਹੀਂ ਅੰਦਰ ਖਾਤੇ ਕੀ ਹੈ। ਹੁਣ ਤੱਕ ਮੰਨ ਜਾਣਾ ਚਾਹੀਦਾ ਸੀ। ਪਤਾ ਲੱਗਾ ਕਿ ਜਿਹੜਾ ਹੁਣ ਕੱਲ੍ਹ ਟੋਹਾਣਾ ਦੇ ਵਿੱਚ ਵਿਰੋਧ ਪ੍ਰਦਰਸ਼ਨ ਕਿਸਾਨਾਂ ਨੇ ਕੀਤਾ, ਜਿਵੇਂ ਥਾਣੇ ਦੇ ਬਾਹਰ ਆਪਣਾ ਜਲਵਾ ਪੇਸ਼ ਕੀਤਾ, ਖੱਟੜ ਸਰਕਾਰ ਨੂੰ ਤੇ ਮੋਦੀ ਸਰਕਾਰ ਨੂੰ ਤਰੇਲੀਆਂ ਆਈਆਂ। ਮਨੋਹਰ ਲਾਲ ਖੱਟੜ ਹਰ ਤੀਜੇ ਕੜੜੇ ਗੱਲ ਕਹਿੰਦੇ ਹੁੰਦੇ ਸੀ, ये तो पंजाब के कुछ किसान हैं, पंजाब के किसान ही आंदोलन कर रहे हैं, हमारे तो मुट्ठी भर किसान हैं, हमारे किसान तो संतुष्ट बहुत है, हमारे किसान तो कुछ बहकावे में आए हुए हैं। पर हुण पता लगा भी गिणती करके देख लेंदे खट्टर साहब भी ये 2-4 आ, ये मुट्ठी भर आ, ये सैकड़े आ जां हज़ारां, ये किन्ना कुर इत्थे टेके बहण वाले आ। सो हर रोज़ किसानां नूं चिड़ाउणा,
ਹਰ ਰੋਜ਼ ਉਹਨਾਂ ਦੇ ਉੱਤੇ ਪਰਚੇ ਦਰਜ ਕਰਨੇ, ਕਦੇ ਉਹਨਾਂ ਦੇ ਉੱਤੇ ਲਾਠੀ ਚਾਰਜ ਕਰ ਦੇਣਾ, ਕਦੇ ਕੋਈ ਹੋਰ ਕਾਰਵਾਈ ਕਰਨੀ। ਕਿਸਾਨਾਂ ਨੇ ਇਹ ਗੱਲ ਕਹੀ ਹੈ ਕਿ ਹੁਣ ਅਸੀਂ ਬਰਦਾਸ਼ਤ ਨਹੀਂ ਕਰਾਂਗੇ। ਸੋ ਹਰਿਆਣੇ ਦੇ ਕਿਸਾਨਾਂ ਦੀ ਇਹ ਇੱਕ ਬਹੁਤ ਵੱਡੀ ਜਿੱਤ ਹੈ ਵੀ ਉਹਨਾਂ ਨੇ ਕਿਸ ਤਰੀਕੇ ਦੇ ਨਾਲ ਸਾਰੇ ਕਿਸਾਨਾਂ ਉੱਤੇ ਦਰਜ ਕੀਤੇ ਗਏ ਪਰਚੇ ਰੱਦ ਵੀ ਕਰਵਾ ਲਏ ਆ, ਆਪਣੇ ਆਗੂਆਂ ਨੂੰ ਛੁਡਵਾ ਵੀ ਲਿਆ ਤੇ ਉਹਨਾਂ ਨੇ ਕਿਸੇ ਦੇ ਕੋਲੇ ਰਹਿਮ ਦੀ ਭੀਖ ਨਹੀਂ ਮੰਗੀ, ਸਗੋਂ ਆਪਣੇ ਦਮ ਦੇ ਉੱਤੇ, ਆਪਣੇ ਬਲਬੂਤੇ ਦੇ ਉੱਤੇ ਸਾਰਾ ਕੁਝ ਕਰਕੇ ਦਿਖਾਇਆ। ਤੇ ਬਾਕੀ ਭਾਰਤ ਦੇ ਕਿਸਾਨਾਂ ਨੂੰ ਵੀ ਇਵੇਂ ਹੀ ਲਾਮਬੰਦ ਹੋਣਾ ਚਾਹੀਦਾ। ਹਾਲਾਂਕਿ ਲਾਮਬੰਦ ਹੈਗੇ ਵੀ ਹੈ ਤੇ ਕਿਸਾਨ ਆਗੂਆਂ ਨੇ ਇਹ ਗੱਲ ਕਹੀ ਹੈ ਕਿ ਜਿੰਨਾ ਇਹ ਅੰਦੋਲਨ ਅੱਗੇ ਚੱਲੂਗਾ ਅਸੀਂ ਉਨੀ ਹੀ ਬੀਜੇਪੀ ਦੇ ਮੂਹਰੇ ਸਮੱਸਿਆ ਖੜੀ ਕਰਾਂਗੇ। ਹੁਣ ਅਸੀਂ ਉੱਤਰਾਖੰਡ ਦੇ ਵੱਲ ਵੀ ਜਾਣਾ ਸ਼ੁਰੂ ਕਰ ਦੇਣਾ, ਹੁਣ ਅਸੀਂ ਯੂਪੀ ਦੇ ਵਿੱਚ ਵੀ ਜਾਣਾ, ਹੁਣ ਅਸੀਂ ਬਾਕੀ ਵੱਖ-ਵੱਖ ਥਾਵਾਂ ਦੇ ਉੱਤੇ ਵੀ ਜਾਵਾਂਗੇ ਤਾਂ ਜੋ ਬੀਜੇਪੀ ਨੂੰ ਇਸ ਗੱਲ ਦਾ ਅਹਿਸਾਸ ਕਰਾ ਸਕੀਏ ਕਿ ਕਿਸਾਨ ਮੁੱਠੀ ਭਰ ਨਹੀਂ ਹਨ, ਕਿਸਾਨ ਕੁਝ ਕੁ ਨਹੀਂ ਹਨ, ਕਿਸਾਨ ਕਿਸੇ ਦੇ ਸਿਖਾਏ ਨਹੀਂ ਹਨ, ਕਿਸਾਨਾਂ ਨੂੰ ਕਿਸੇ ਨੇ ਫੰਡਿੰਗ ਨਹੀਂ ਕੀਤੀ। ਇਹ ਕਿਸਾਨਾਂ ਦੀਆਂ ਨਸਲਾਂ ਤੇ ਫਸਲਾਂ ਦਾ ਮਸਲਾ, ਇਸ ਕਰਕੇ ਬੀਜੇਪੀ ਦੀ ਸਰਕਾਰ ਨੂੰ ਅਸੀਂ ਝੁਕਾ ਕੇ ਮੁੜਾਂਗੇ। ਇਹ ਸਾਰੇ ਕਿਸਾਨ ਆਗੂਆਂ ਨੇ ਗੱਲ ਕੱਲ੍ਹ ਵੀ ਕਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੰਘੇ ਕੱਲ੍ਹ ਫਿਰ ਰਾਸ਼ਟਰ ਦੇ ਨਾਂ 'ਤੇ ਆਪਣੀ ਗੱਲ ਕਰਕੇ ਗਏ ਆ। ਉਹ ਗੱਲ ਕਰਦੇ ਹੁੰਦੇ ਆ, ਸੁਣਨ ਭਾਵੇਂ ਨਾ, ਇਹਦੇ ਬਾਰੇ ਆਪਾਂ ਜਾਣਦੇ ਹਾਂ। ਉਹ ਮਨ ਕੀ ਬਾਤ ਵੀ ਕਰਦੇ ਹੁੰਦੇ ਆ। ਸ਼ੁਰੂਆਤ ਦੇ ਵਿੱਚ ਉਹਨਾਂ ਨੇ ਮਨ ਕੀ ਬਾਤ ਘਿਓ ਵਰਗੀ ਲੱਗਦੀ ਸੀ ਦੇਸ਼ ਦੇ ਲੋਕਾਂ ਨੂੰ, ਕਿਉਂਕਿ ਇਉਂ ਲੱਗਦਾ ਸੀ ਕਿ ਇਹ ਕੁਝ ਵੱਖਰੀ ਤੇ ਨਵੀਂ ਨਿਆਰੀ ਗੱਲ ਕਰਦੇ ਆ। ਪਰ ਹੁਣ ਉਹੀ ਗੱਲਾਂ ਕਿ ਆਪਦੀ ਸਰਕਾਰ ਦੀ ਸਿਫਤ ਕਰੀ ਚੱਲੋ ਤੇ ਬਾਕੀ ਪਾਰਟੀਆਂ ਦੀ ਆਪਾਂ ਬਦਖੋਹੀ ਕਰੀ ਚੱਲ ਗਏ ਤੇ ਦੁਨੀਆ ਭਰ ਦੇ ਵਿੱਚ ਸਾਡੀ ਮਹਿਮਾ ਬਹੁਤ ਚੱਲਦੀ ਹੈ ਤਾਂ ਆਪਾਂ ਇਹ ਗੱਲ ਦੁਹਰਾਈ ਜਾਗੇ ਤੇ ਦੇਸ਼ ਦੇ ਲੋਕਾਂ ਦੇ ਵਿਚਾਰ ਉਸੇ ਵਿਸ਼ੇ ਦੇ ਉੱਤੇ ਕੁਝ ਹੋਰ ਹੁੰਦੇ ਆ। ਪਰ ਜਨਕੀ ਨਹੀਂ, ਇੱਥੇ ਮਨ ਕੀ ਬਾਤ ਚੱਲਦੀ ਹੈ। ਉਸ ਤੋਂ ਅਗਲੀ ਗੱਲ ਇਹ ਹੈ ਵੀ ਭਾਰਤ ਦੇ ਪ੍ਰਧਾਨ ਮੰਤਰੀ ਨੇ ਕੱਲ੍ਹ ਵੀ ਜਿਸ ਤਰੀਕੇ ਨਾਲ ਕਰੋਨਾ ਮਹਾਮਾਰੀ ਤੇ ਵੈਕਸੀਨ ਦੇ ਮਾਮਲੇ ਦੇ ਉੱਤੇ ਆਪਦੀ ਪਿੱਠ ਆਪੇ ਪਲੋਸੀ ਹੈ, ਉਹਦੇ ਉੱਤੇ ਕੁਝ ਕੁ ਨਿਰਪੱਖ ਮੀਡੀਆ ਦੇ ਵੱਲੋਂ ਵੱਖਰੀ ਰਾਏ ਰੱਖੀ ਗਈ ਹੈ। ਹਾਲਾਂਕਿ ਗੋਦੀ ਮੀਡੀਆ ਜਿਹੜਾ, ਜਿਹਨੂੰ ਅਸੀਂ ਪਾਲਤੂ ਮੀਡੀਆ ਵੀ ਕਹਿੰਦੇ ਆ, ਉਹਨੇ ਤਾਂ ਉਹੀ ਕੁਝ ਕਿਹਾ ਜਿਹੜਾ ਕੁਝ ਪਹਿਲਾਂ ਵੀ ਕਹਿੰਦਾ ਆਇਆ ਕਿ ਦੇਖੋ ਜੀ ਹਮਨੇ तो पूरे देश में वैक्सीन दे दी, ये सिर्फ भारत ही कर सकता है। पर पता ये लग्या ਵੀ ਪ੍ਰਧਾਨ ਮੰਤਰੀ ਮੋਦੀ ਸਾਹਿਬ ਇਸ ਗੱਲੋਂ ਫਿਕਰਮੰਦ ਹੈ ਕਿਉਂਕਿ 56 ਦਿਨ ਦੇ ਵਿੱਚ ਕਰੋਨਾ ਦੀ ਦੂਜੀ ਲਹਿਰ ਦੇ 56 ਦਿਨ ਦੇ ਵਿੱਚ 56 ਇੰਚ ਦਾ ਸੀਨਾ ਸੁੰਗੜਦਾ ਜਾ ਰਿਹਾ ਸੀ। ਜਦੋਂ ਹੁਣ 56 ਇੰਚ ਦੇ ਸੀਨੇ ਨੂੰ ਸਮੱਸਿਆ ਆਈ ਤਾਂ ਪ੍ਰਧਾਨ ਮੰਤਰੀ ਸਾਹਿਬ ਨੇ ਉਸ ਮੀਡੀਆ ਦੇ ਅੱਗ ਦੇ ਉੱਤੇ ਵੀ ਵਿਅੰਗ ਕੀਤਾ ਜਿਹੜਾ ਕਿ ਇਸ ਵਕਤ ਮੋਦੀ ਸਰਕਾਰ ਦੀ ਆਲੋਚਨਾ ਕਰਦਾ ਤੇ ਵਿਰੋਧੀ ਪਾਰਟੀਆਂ ਦੇ ਉੱਤੇ ਵੀ ਉਹਨਾਂ ਨੇ ਤਿੱਖਾ ਵਿਅੰਗ ਕੀਤਾ ਜਿਹੜੇ ਕਿ ਵਾਰ-ਵਾਰ ਮੋਦੀ ਸਰਕਾਰ ਨੂੰ ਘੇਰਦੇ ਆ ਤੇ ਇਹ ਗੱਲ ਕਹੀ ਆ ਵੀ ਜਦੋਂ ਤੱਕ ਤਾਂ ਸਾਡੇ ਹੱਥ ਦੇ ਵਿੱਚ ਸੀ ਸਾਰਾ ਕੁਝ, ਸਭ ਕੁਝ ਠੀਕ ਚੱਲਦਾ ਰਿਹਾ, ਪਰ ਜਦੋਂ ਸੂਬਿਆਂ ਦੀਆਂ ਸਰਕਾਰਾਂ ਨੇ ਆਪਣੀ ਜ਼ਿੰਮੇਵਾਰੀ ਦੇ ਉੱਤੇ ਵੈਕਸੀਨ ਆਪਣੇ ਹੱਥ ਦੇ ਵਿੱਚ ਕੀਤੀ ਤਾਂ ਇਹਨਾਂ ਤੋਂ ਅਸਫਲਤਾ ਹੱਥ ਲੱਗੀ, ਇਹਨਾਂ ਨੇ ਸਫਲਤਾ ਨਹੀਂ ਮਿਲੀ। ਇਹ ਉੱਥੇ ਅਸਮਰੱਥ ਸਾਬਤ ਹੋਏ ਆ ਪਰ ਬਦਨਾਮੀ ਫਿਰ ਇਹ ਸਾਡੀ ਕਰਦੇ ਸੀ। ਉਹਨਾਂ ਨੇ ਕਿਹਾ ਜੀ ਕਿ 18 ਵਰ੍ਹਿਆਂ ਤੋਂ ਉੱਪਰ ਦੀ ਉਮਰ ਦੇ ਸਾਰੇ ਲੋਕਾਂ ਨੇ ਮੁਫਤ ਦੇ ਵਿੱਚ ਟੀਕਾ ਲੱਗੂਗਾ ਤੇ 72 ਕਰੋੜ ਭਾਰਤ ਦੇ ਲੋਕਾਂ ਨੂੰ ਉਹਨਾਂ ਨੇ ਕਿਹਾ ਜੀ ਕਿ ਅਸੀਂ ਦੀਵਾਲੀ ਤੱਕ ਮੁਫਤ ਅਨਾਜ ਮੁਹੱਈਆ ਕਰਾਵਾਂਗੇ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਕਿ 56 ਇੰਚ ਦੇ ਸੀਨੇ ਨੂੰ ਸਮੱਸਿਆਵਾਂ ਕਿਹੜੀਆਂ-ਕਿਹੜੀਆਂ ਆਈਆਂ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਭਾਰਤ ਦੇ ਵਿੱਚ ਕਰੋਨਾ ਦੀ ਦੂਜੀ ਲਹਿਰ ਦਰਮਿਆਨ ਪਿਛਲੇ 56 ਦਿਨਾਂ ਦੇ ਵਿੱਚ ਪ੍ਰਧਾਨ ਮੰਤਰੀ ਦੀ 56 ਇੰਚ ਵਾਲੀ ਇਮੇਜ ਨੂੰ ਜਿੰਨਾ ਨੁਕਸਾਨ ਹੋਇਆ ਇੰਨਾ ਪਹਿਲਾਂ ਕਦੇ ਵੀ ਨਹੀਂ ਸੀ ਹੋਇਆ। ਇਸ ਗੱਲ ਤੋਂ ਵਾਕਿਫ ਪ੍ਰਧਾਨ ਮੰਤਰੀ ਨੇ ਦੇਸ਼ ਦੇ ਨਾਂ ਆਪਣੇ ਸੰਬੋਧਨ ਦੇ ਵਿੱਚ ਦੋਹਰਾ ਵਾਰ ਕੀਤਾ। ਪਹਿਲੇ ਵਾਰ ਦੇ ਵਿੱਚ ਉਹਨਾਂ ਨੇ ਵਿਰੋਧੀ ਪਾਰਟੀਆਂ ਤੇ ਮੀਡੀਆ ਦੇ ਉੱਤੇ ਜੋ ਮੋਦੀ ਦੇ ਮੁਤਾਬਕ ਉਹਨਾਂ ਦੇ ਅਕਸ ਨੂੰ ਖਰਾਬ ਕਰਨ ਲਈ ਜ਼ਿੰਮੇਵਾਰ ਨੇ, ਦੂਜਾ ਜਨਤਾ ਦੇ ਨਾਲ ਸਿੱਧਾ ਸੰਵਾਦ ਕੀਤਾ ਤੇ ਮੁਫਤ ਵੈਕਸੀਨ ਤੇ 80 ਕਰੋੜ ਲੋਕਾਂ ਨੂੰ ਦੀਵਾਲੀ ਤੱਕ ਮੁਫਤ ਅਨਾਜ ਦਾ ਐਲਾਨ ਕੀਤਾ। ਸਭ ਤੋਂ ਪਹਿਲਾਂ ਮੋਦੀ ਨੇ ਕੋਵਿਡ ਮੈਨੇਜਮੈਂਟ ਦੇ ਉੱਤੇ ਆਪਣੀ ਪਿੱਠ ਪਲੋਸੀ। ਇਸ ਤੋਂ ਬਾਅਦ ਜੋ ਕੁਝ ਖਰਾਬ ਹੋਇਆ ਉਹਦੇ ਲਈ ਵਿਰੋਧੀ ਪਾਰਟੀਆਂ ਦੀਆਂ ਸਰਕਾਰਾਂ ਤੇ ਮੀਡੀਆ ਨੂੰ ਦੋਸ਼ੀ ਠਹਿਰਾਇਆ। ਮੋਦੀ ਨੇ ਕਿਹਾ ਕਿ ਪਹਿਲੀ ਲਹਿਰ ਦੇ ਸਮੇਂ ਜਦੋਂ ਤੱਕ ਕੇਂਦਰ ਨੇ ਵਾਗਡੋਰ ਆਪਣੇ ਹੱਥ ਦੇ ਵਿੱਚ ਰੱਖੀ ਕਰੋਨਾ ਕਾਬੂ ਦੇ ਵਿੱਚ ਸੀ, ਪਰ ਇਸ ਦਰਮਿਆਨ ਕਈ ਸੂਬਿਆਂ ਤੇ ਮੀਡੀਆ ਦੇ ਇੱਕ ਵਰਗ ਨੇ ਅਜਿਹੀ ਵਿਵਸਥਾ ਦੇ ਖਿਲਾਫ ਮੁਹਿੰਮ ਛੇੜ ਦਿੱਤੀ। ਪ੍ਰਧਾਨ ਮੰਤਰੀ ਮੋਦੀ ਦੀ ਸਰਕਾਰ ਕਰੋਨਾ ਦੀ ਦੂਜੀ ਲਹਿਰ ਤੋਂ ਪਹਿਲਾਂ ਤੱਕ ਇੱਕ ਮਜ਼ਬੂਤ ਸਰਕਾਰ ਮੰਨੀ ਜਾਂਦੀ ਸੀ। 56 ਇੰਚ ਸੀਨੇ ਦੀ ਸਰਕਾਰ ਦਾ ਪਿਛਲੇ 56 ਦਿਨਾਂ ਦੇ ਵਿੱਚ ਵਿਸ਼ਵਾਸ ਹਿੱਲ ਗਿਆ। ਦੇਸ਼ ਦੇ ਅੰਦਰ ਮੋਦੀ ਤੇ ਪਾਰਟੀ ਦੇ ਅਕਸ ਨੂੰ ਖਰਾਬ ਹੋਇਆ ਦੇਖ ਕੇ ਬਹੁਤ ਵੱਡੇ ਪੱਧਰ ਦੇ ਉੱਤੇ ਚਰਚਾ ਛਿੜੀ ਤੇ ਮੋਦੀ ਤੇ ਸਰਕਾਰ ਦੀ ਸਾਖ ਨੂੰ ਬਹੁਤ ਵੱਡਾ ਵੱਟਾ ਲੱਗਾ। ਗੰਗਾ ਕਿਨਾਰੇ ਲਾਸ਼ਾਂ ਦੀਆਂ ਤਸਵੀਰਾਂ ਨੇ ਦੇਸ਼ ਦੇ ਪ੍ਰਤੀ ਦੁਨੀਆ ਦਾ ਨਜ਼ਰੀਆ ਬਦਲ ਦਿੱਤਾ। ਇਸ ਤੋਂ ਬਾਅਦ ਸੰਘ, ਸੰਗਠਨ ਤੇ ਸਰਕਾਰ ਦੇ ਪੱਧਰ ਦੇ ਉੱਤੇ ਡੂੰਘੀ ਵਿਚਾਰ ਚਰਚਾ ਹੋਈ। ਪ੍ਰਧਾਨ ਮੰਤਰੀ ਮੋਦੀ ਨੇ ਸਭ ਨਾਲ 1 to 1 ਚਰਚਾ ਕੀਤੀ। ਹੁਣ ਇਸ ਮੰਥਨ ਤੋਂ ਨਿਕਲੇ ਸਿੱਟੇ ਤੇ ਪੂਰੀ ਤਾਕਤ ਦੇ ਨਾਲ ਕੰਮ ਕਰਨ ਦੀ ਤਿਆਰੀ ਹੈ।
ਦੂਜੀ ਗੱਲ ਇਹ ਹੈ ਕਿ ਡੈਮੇਜ ਕੰਟਰੋਲ ਦੇ ਲਈ ਬਣੀ ਰਣਨੀਤੀ ਦੇ ਵਿੱਚ ਨਰਿੰਦਰ ਮੋਦੀ ਆਪਣੀ ਸਰਕਾਰ ਤੇ ਪਾਰਟੀ ਵੱਲੋਂ ਓਪਨਿੰਗ ਬੈਟਸਮੈਨ ਦੀ ਭੂਮਿਕਾ ਦੇ ਵਿੱਚ ਰਹਿਣਗੇ। ਇਹ ਸੰਬੋਧਨ ਉਸੇ ਦਾ ਹਿੱਸਾ ਮੰਨਿਆ ਜਾ ਰਿਹਾ ਜਿਸ ਤਰ੍ਹਾਂ ਯੂਪੀਏ ਸਰਕਾਰ ਆਪਣੀ ਦੂਜੇ ਕਾਰਜਕਾਲ ਦੇ ਵਿੱਚ 2 ਸਾਲ ਬਾਅਦ ਰੇਟਿੰਗਸ ਦੇ ਮਾਮਲੇ ਦੇ ਵਿੱਚ ਹੇਠਾਂ ਚੱਲੀ ਗਈ ਸੀ। ਹੁਣ ਮੋਦੀ ਸਰਕਾਰ ਦੇ ਨਾਲ ਵੀ ਉਹੀ ਸਾਰਾ ਕੁਝ ਹੋ ਰਿਹਾ। ਮੌਜੂਦਾ ਅੰਕੜਾ ਯੂਨਾਈਟਿਡ ਨੇਸ਼ਨ ਦੇ 193 ਦੇਸ਼ਾਂ ਦੇ ਵੱਲੋਂ ਅਪਣਾਏ ਗਏ 17 ਸਸਟੇਨੇਬਲ ਡਿਵੈਲਪਮੈਂਟ ਗੋਲਸ ਦੀ ਤਾਜ਼ਾ ਰੈਂਕਿੰਗ ਹੈ, ਜਿਹਦੇ ਵਿੱਚ ਭਾਰਤ 2 ਸਥਾਨ ਖਿਸਕ ਕੇ 117ਵੇਂ ਨੰਬਰ ਦੇ ਉੱਤੇ ਆ ਗਿਆ। ਨੇਪਾਲ ਬੰਗਲਾਦੇਸ਼ ਤੋਂ ਵੀ ਖਰਾਬ ਪੋਜੀਸ਼ਨ ਦੇ ਵਿੱਚ। ਹੁਣ ਮੋਦੀ ਦਾ ਰੋਲ ਹੀ ਅਹਿਮ ਹੈ, ਜੋ ਲਗਾਤਾਰ ਜਨਤਾ ਨਾਲ ਸਿੱਧਾ ਸੰਵਾਦ ਕਰਦੇ ਰਹੇ ਨੇ। ਇਸ ਸੰਵਾਦ ਦੇ ਜ਼ਰੀਏ ਮੋਦੀ ਨੇ ਫਿਰ ਜਨਤਾ ਨੂੰ ਆਪਣੇ ਪੱਖ ਦੇ ਵਿੱਚ ਕਰਨ ਦੀ ਕੋਸ਼ਿਸ਼ ਕੀਤੀ ਹੈ। ਨਾਲ ਹੀ ਸਰਕਾਰ ਤੇ ਮੋਦੀ ਦੇ ਲਈ ਬਣੇ ਅਕਸ ਨੂੰ ਬਦਲਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ। ਇਸ ਖਬਰ ਦੇ ਉੱਤੇ ਟਿੱਪਣੀ ਕਰਨ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਤੇ ਉਹਨਾਂ ਦੀ ਕੈਬਨਿਟ ਦੇ ਵਿੱਚ ਸ਼ਾਮਲ ਕਈ ਮੰਤਰੀ ਸਮੇਂ-ਸਮੇਂ ਦੇ ਉੱਤੇ ਅਵੱਲੀਆਂ ਗੱਲਾਂ ਦੇ ਕਰਕੇ ਚਰਚਾ ਦੇ ਵਿੱਚ ਰਹਿੰਦੇ ਆ। ਉਹਨਾਂ ਨੂੰ ਇੱਕ ਧਰਮ ਵਿਸ਼ੇਸ਼ ਦਿਸਦਾ, ਉਹਨਾਂ ਨੂੰ ਪੂਰਾ ਦੇਸ਼ ਨਹੀਂ ਦਿਸਦਾ। ਇਸ ਗੱਲ ਦਾ ਰਹਿ ਕੇ ਦੁੱਖ ਹੁੰਦਾ, ਕਿਉਂਕਿ ਕੋਈ ਕਿਸੇ ਵੀ ਧਰਮ ਦਾ ਹੋਵੇ, ਧਰਮ ਤਾਂ ਬਹੁਤ ਬਾਅਦ ਦੀ ਗੱਲ ਹੈ। ਪਹਿਲਾਂ ਤਾਂ ਮਨੁੱਖ ਦੀ ਗੱਲ ਹੋਣੀ ਚਾਹੀਦੀ ਆ, ਵੋਟਰ ਦੀ ਗੱਲ ਹੋਣੀ ਚਾਹੀਦੀ ਆ, ਉਹਦੀਆਂ ਜ਼ਰੂਰਤਾਂ ਦੀ ਗੱਲ ਹੋਣੀ ਚਾਹੀਦੀ ਹੈ। ਜੇਕਰ ਭਾਰਤ ਦੇ ਵਿੱਚ ਇੱਕ ਧਰਮ ਵਿਸ਼ੇਸ਼ ਦੀ ਥਾਂ ਦੇ ਉੱਤੇ ਸਭਨਾ ਧਰਮਾਂ ਦੇ ਬਰਾਬਰ ਸਤਿਕਾਰ ਤੇ ਬਰਾਬਰ ਪਿਆਰ ਦੀ ਗੱਲ ਚੱਲਦੀ ਤਾਂ ਫਿਰ ਹੁਣ ਤੱਕ ਏਡੇ ਵੱਡੇ ਮਸਲੇ ਨਹੀਂ ਸੀ ਖੜੇ ਹੋਣੇ। ਹੁਣ ਤੱਕ ਅੱਧੋਂ ਵੱਧ ਮਸਲੇ ਹੱਲ ਹੋ ਜਾਣੇ ਸੀ। ਲੰਘੇ ਕੱਲ੍ਹ ਬੀਜੇਪੀ ਦੇ ਇੱਕ ਨੇਤਾ ਨੇ ਇਹ ਗੱਲ ਕਹੀ ਕਿ ਹਿੰਦੂ ਭਾਈਚਾਰੇ ਨੂੰ ਤੱਕੜੀ ਦੇ ਵਿੱਚ ਤੋਲਣਾ ਡੱਡੂਆਂ ਦੀ ਪੰਸਾਰੀ ਨੂੰ ਤੋਲਣ ਦੇ ਤੁੱਲ। ਤੇ ਹੁਣ ਇਸ ਗੱਲ ਨੂੰ ਜੇਕਰ ਕਿਸੇ ਹੋਰ ਨੇ ਕਿਹਾ ਹੋਵੇ ਤਾਂ ਬਹੁਤ ਵੱਡਾ ਰੌਲਾ ਪੈਦਾ ਹੋ ਜਾਣਾ। ਅਸੀਂ ਵੀ ਚਾਹੁੰਦੇ ਹਾਂ ਕਿ ਹਿੰਦੂ ਭਾਈਚਾਰਾ ਜਾਂ ਸਿੱਖ ਭਾਈਚਾਰਾ ਨਾ ਲੈ ਕੇ ਧਰਮ ਦੇ ਆਧਾਰ ਦੇ ਉੱਤੇ ਵੰਡਣ ਦੀ ਕੀ ਲੋੜ ਆ, ਪਰ ਉਹ ਕਹਿਣ ਤਾਂ ਕੁਝ ਵੀ ਠੀਕ ਆ, ਤੇ ਜੇ ਕੋਈ ਹੋਰ ਕਵੇ ਤਾਂ ਇਹ ਦੇਸ਼ ਧਰੋਹੀ ਵਾਲੀ ਗੱਲ ਵੀ ਆ। ਇਹ ਕੁਝ ਹੋਰ ਨੇ ਮਸਲੇ ਵੀ ਖੜੇ ਹੋ ਜਾਂਦੇ ਆ। ਮੈਨੂੰ ਇਸ ਗੱਲ ਦੇ ਉੱਤੇ ਹੈਰਾਨੀ ਹੋਈ ਵੀ ਜਿਸ ਤਰੀਕੇ ਦੇ ਨਾਲ ਜਰਨੈਲ ਸਿੰਘ ਪਿੰਡਾਂ ਵਾਲਿਆਂ ਨੂੰ ਸ਼ਹੀਦ ਕਿਹਾ ਹਰਭਜਨ ਸਿੰਘ ਹੋਰਾਂ ਨੇ, ਜਿਹੜੇ ਕ੍ਰਿਕਟਰ ਭੱਜੀ ਆ, ਉਹਨਾਂ ਦੇ ਬਾਬਤ ਵੀ ਕੁਝ ਨੇਤਾਵਾਂ ਨੇ ਇਹ ਗੱਲ ਕਹੀ ਆ ਕਿ ਇਹਨਾਂ ਦੇ ਉੱਤੇ ਦੇਸ਼ ਧਰੋਹ ਦਾ ਪਰਚਾ ਦਰਜ ਹੋਣਾ ਚਾਹੀਦਾ। ਇਹ ਬੰਦਾ ਤਾਂ ਅੱਤਵਾਦੀਆਂ ਦਾ ਸਮਰਥਨ ਕਰਦਾ। ਸਾਡੇ ਦੇਸ਼ ਦੇ ਵਿੱਚ ਇਹ ਕੁਝ ਚੱਲ ਰਿਹਾ ਇਸ ਵੇਲੇ ਵੀ ਕਿਸੇ ਵੀ ਬੰਦੇ ਨੂੰ ਅੱਤਵਾਦੀ ਕਹਿ ਦਿਓ, ਕਿਸੇ ਵੀ ਬੰਦੇ ਨੂੰ ਇਸ ਵੇਲੇ ਆਪਾਂ ਦੇਸ਼ ਧਰੋਹੀ ਕਹਿ ਦਈਏ, ਕਿਸੇ ਨੂੰ ਵੀ ਆਪਾਂ ਦੇਸ਼ ਭਗਤ ਮੰਨ ਲਈਏ। ਇਹ ਸਾਡੇ ਹੁਕਮਰਾਨਾਂ ਦੇ ਵਿੱਚੋਂ ਕੁਝ ਇੱਕ ਲੋਕਾਂ ਦੇ ਹੱਥ ਦੇ ਵਿੱਚ ਹੈ ਵੀ ਆਪਾਂ ਕਿਹਨੂੰ ਕੀ ਮੰਨਣਾ। ਸੋ ਇਸ ਵਕਤ ਭਾਰਤ ਦੇ ਲੋਕਾਂ ਦੀ ਚੀਕ ਆ ਜਿਹੜੀ ਉਹ ਮਹਿੰਗਾਈ ਦੇ ਕਰਕੇ ਨਿਕਲੀ ਪਈ ਹੈ। ਕਰੋਨਾ ਮਹਾਮਾਰੀ ਦੇ ਕਰਕੇ ਸਰਕਾਰ ਦਾ ਤੇ ਸਮੁੱਚੇ ਦੇਸ਼ ਦਾ ਜਲੂਸ ਨਿਕਲ ਗਿਆ। ਕਿਹੜਾ ਇੱਕ ਪੱਖ ਆ ਜਿਹਦੇ ਕਰਕੇ ਸਰਕਾਰ ਪਿਛਲੀਆਂ ਸਰਕਾਰਾਂ ਨਾਲੋਂ ਬਿਹਤਰੀਨ ਸਾਬਤ ਹੋਈ ਹੈ? ਕੋਈ ਵੀ ਅੰਨੀ ਭਗਤੀ ਦੇ ਵਿੱਚ ਡੁੱਬਿਆ ਹੋਇਆ ਵਿਅਕਤੀ ਇਸ ਗੱਲ ਦੇ ਉੱਤੇ ਚਿੰਤਨ ਨਹੀਂ ਕਰਦਾ, ਕੋਈ ਮੰਥਨ ਨਹੀਂ ਕਰਦਾ, ਕੋਈ ਇਸ ਗੱਲ ਦੇ ਉੱਤੇ ਨਾ ਡਾਊਟ ਆ ਕਿਸੇ ਨੂੰ, ਨਾ ਕਿਸੇ ਨੂੰ ਕੋਈ ਸਮੱਸਿਆ ਹੋਣੀ ਚਾਹੀਦੀ ਹੈ। ਪਰ ਸਮੱਸਿਆ ਇਸ ਗੱਲ ਕਰਕੇ ਖੜੀ ਹੁੰਦੀ ਹੈ ਵੀ ਆਪਾਂ ਮੋਦੀ ਸਰਕਾਰ ਦੇ ਉੱਤੇ ਕਿੰਤੂ ਕਿਹੜੀ ਗੱਲੋਂ ਕਰਦੇ ਹਾਂ। ਗਲਤ ਨੂੰ ਗਲਤ ਕਹੋ। ਕੁਝ ਕੁ ਲੋਕ ਇਹ ਗੱਲ ਕਹਿੰਦੇ ਵੀ ਕਾਂਗਰਸ ਨੂੰ ਹੁਣ ਕਿਉਂ ਨਹੀਂ ਮਾੜਾ ਕਹਿੰਦੇ, ਜਦੋਂ ਉਹ ਸੱਤਾ ਦੇ ਵਿੱਚ ਹੀ ਨਹੀਂ, ਉਹਨੂੰ ਪੂੰਝ ਕੇ ਲੋਕਾਂ ਨੇ ਪਾਸੇ ਰੱਖਤਾ ਤੇ ਆਪਾਂ ਕਿਹੜੀ ਗੱਲ ਉਹਨਾਂ ਦੀ ਗੱਲ ਕਰੀਏ। ਜਦੋਂ ਤੱਕ ਪ੍ਰਧਾਨ ਮੰਤਰੀ ਮੋਦੀ ਨਹੀਂ ਸੀ ਪ੍ਰਧਾਨ ਮੰਤਰੀ ਦੇਸ਼ ਦੇ, ਉਦੋਂ ਇਹਨਾਂ ਨੂੰ ਵੀ ਕੋਈ ਕੁਝ ਨਹੀਂ ਸੀ ਕਹਿੰਦਾ। ਜਿਹਦੇ ਹੱਥ ਦੇ ਵਿੱਚ ਵਾਗਡੋਰ ਹੋਵੇ, ਜਿਹਦੇ ਤੇ ਲੋਕਾਂ ਨੇ ਭਰੋਸਾ ਕੀਤਾ ਹੋਵੇ, ਸਵਾਲ ਵੀ ਉਹਨੂੰ ਹੀ ਕਰਨੇ ਬਣਦੇ ਆ ਤੇ ਮਸਲੇ ਵੀ ਉਹਨੂੰ ਹੱਲ ਕਰਨੇ ਚਾਹੀਦੇ ਆ। ਪਰ ਜਿਹੜੇ ਇੱਥੇ ਅੰਨੀ ਭਗਤੀ ਵਾਲੇ ਲੋਕ ਆ, ਉਹਨਾਂ ਨੂੰ ਸ਼ਾਇਦ ਹਾਲੇ ਵੀ ਇਹ ਗੱਲਾਂ ਹਜ਼ਮ ਨਹੀਂ ਹੁੰਦੀਆਂ। 6 ਸੂਬਿਆਂ ਦੇ ਵਿੱਚ ਆਉਂਦੇ ਵਰ੍ਹੇ ਦੇ ਵਿੱਚ ਯਾਨੀ ਕਿ 2022 ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ। ਪ੍ਰਧਾਨ ਮੰਤਰੀ ਮੋਦੀ ਤੇ RSS ਦੀ ਸਮੱਸਿਆ ਦੇ ਵਿੱਚ ਕਹਿੰਦੇ ਆ ਕਿ ਇਸ ਵਕਤ ਵਾਧਾ ਹੋਇਆ, ਕਿਉਂਕਿ ਗੋਆ ਦੀ ਗੱਲ ਕਰੀਏ, ਪੰਜਾਬ ਦੀ ਗੱਲ ਕਰੀਏ, ਹਿਮਾਚਲ ਦੀ ਗੱਲ ਕਰੀਏ, ਉੱਤਰਾਖੰਡ ਦੀ ਗੱਲ ਕਰੀਏ, ਯੂਪੀ ਦੀ ਗੱਲ ਕਰੀਏ, 6 ਸੂਬਿਆਂ ਦੇ ਵਿੱਚ ਚੋਣਾਂ ਹੋਣੀਆਂ। ਉਹਨਾਂ ਦੇ ਵਿੱਚੋਂ ਇੱਕ ਸੂਬਾ ਇਹੋ ਜਿਹਾ ਪੰਜਾਬ ਜਿੱਥੇ BJP ਦੀ ਸਰਕਾਰ ਨਹੀਂ। ਪਰ ਫਿਕਰ ਇਸ ਗੱਲ ਦਾ ਵੀ ਜੇਕਰ ਯੂਪੀ ਦੇ ਵਿੱਚ ਹਾਲਤ ਜਿਵੇਂ ਪਤਲੀ ਹੋਈ ਪਈ ਆ, ਇਹ ਹਾਲਤ ਭਵਿੱਖ ਦੇ ਵਿੱਚ ਵੀ ਬਰਕਰਾਰ ਰਹਿੰਦੀ ਹੈ, ਫਿਰ ਆਪਣੇ ਪਿੰਡ ਪੱਲੇ ਕੀ ਰਹਿਣਾ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਫਿਰ ਕਰਾਂਗੇ ਟਿੱਪਣੀ। ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ JP ਨੱਡਾ ਪਾਰਟੀ ਦੇ ਕੌਮੀ ਜਨਰਲ ਸਕੱਤਰਾਂ ਸਮੇਤ ਪ੍ਰਧਾਨ ਮੰਤਰੀ ਮੋਦੀ ਦੀ ਰਿਹਾਇਸ਼ ਤੇ ਪਹੁੰਚੇ। ਇਸ ਤੋਂ ਪਹਿਲਾਂ JP ਨੱਡਾ ਨੇ ਆਪਣੇ ਘਰ ਵਿਖੇ ਸਾਰੇ ਜਨਰਲ ਸਕੱਤਰਾਂ ਨਾਲ ਮੀਟਿੰਗ ਕੀਤੀ। ਦੱਸਣਾ ਬਣਦਾ ਕਿ ਭਾਜਪਾ ਆਉਣ ਵਾਲੀਆਂ ਚੋਣਾਂ ਦੀ ਤਿਆਰੀ ਦੇ ਵਿੱਚ ਰੁੱਝੀ ਹੋਈ ਹੈ। ਇਹਦੇ ਨਾਲ ਹੀ ਦੱਸਣਾ ਬਣਦਾ ਕਿ ਭਾਰਤੀ ਜਨਤਾ ਪਾਰਟੀ ਨੇ 5 ਸੂਬਿਆਂ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। JP ਨੱਡਾ ਨੇ ਪਿਛਲੇ 2 ਦਿਨਾਂ ਦੇ ਵਿੱਚ ਕਈ ਅਹਿਮ ਮੀਟਿੰਗਾਂ ਕੀਤੀਆਂ। ਉਹਨਾਂ ਨੇ ਭਾਜਪਾ ਦੇ ਯੁਵਾ ਮੋਰਚਾ, ਕਿਸਾਨ ਮੋਰਚਾ ਤੇ ਮਹਿਲਾ ਮੋਰਚਾ ਦੇ ਪ੍ਰਧਾਨਾਂ ਨਾਲ ਵੀ ਮੁਲਾਕਾਤ ਕੀਤੀ। JP ਨੱਡਾ ਮੋਰਚੇ ਦੇ ਪ੍ਰਧਾਨਾਂ ਦੇ ਨਾਲ ਪ੍ਰਧਾਨ ਮੰਤਰੀ ਦੀ ਰਿਹਾਇਸ਼ ਤੇ ਵੀ ਪਹੁੰਚੇ, ਜਿੱਥੇ ਪ੍ਰਧਾਨ ਮੰਤਰੀ ਨਾਲ ਲੰਮੀ ਚੌੜੀ ਗੱਲਬਾਤ ਹੋਈ ਹੈ, ਜਿਹੜੀ ਕਿ ਰਾਤੀ 10 ਵਜੇ ਤੱਕ ਚੱਲੀ ਦੱਸੀ ਜਾ ਰਹੀ ਹੈ। ਇਹਦੇ ਵਿੱਚ 6 ਸੂਬਿਆਂ ਦੇ ਵਿੱਚ ਆਪਾਂ ਕਿਵੇਂ ਅੱਗੇ ਵਧਣਾ, ਕਿਸ ਤਰੀਕੇ ਦੇ ਨਾਲ ਅੱਗੇ ਤੋਂ ਅੱਗੇ ਵੱਧ ਕੇ ਲੋਕਾਂ ਨੂੰ ਆਪਣੇ ਨਾਲ ਜੋੜਨਾ, ਇਹਦੇ ਉੱਤੇ ਵਿਚਾਰ ਚਰਚਾ ਕੀਤੀ ਗਈ ਹੈ। ਇਸ ਖਬਰ ਦੇ ਉੱਤੇ ਟਿੱਪਣੀ ਕਰਦਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਰੇ ਹੀ ਸੂਬਿਆਂ ਜਿੱਥੇ ਕਿ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ 7-8 ਮਹੀਨਿਆਂ ਬਾਅਦ, ਉੱਥੋਂ ਦੇ BJP ਨੇਤਾਵਾਂ ਨੂੰ ਇਹ ਗੱਲ ਕਹੀ ਹੈ
ਕਿ ਆਮ ਲੋਕਾਂ ਦੇ ਵਿੱਚ ਵਿਚਰ ਕੇ ਉਹਨਾਂ ਨੂੰ ਆਪਣੇ ਹੋਣ ਦਾ ਅਹਿਸਾਸ ਕਰਾਓ। ਜਿਹੜੀਆਂ ਦੂਰੀਆਂ ਹੁਣ ਤੱਕ ਬਣ ਚੁੱਕੀਆਂ, ਇਹਨਾਂ ਦੂਰੀਆਂ ਨੂੰ ਮਿਟਾਉਣ ਦੀ ਆਪਾਂ ਕੋਸ਼ਿਸ਼ ਕਰੀਏ, ਕਿਉਂਕਿ ਇਹਨਾਂ ਦੂਰੀਆਂ ਨੇ ਆਉਂਦੇ ਸਮੇਂ ਦੇ ਵਿੱਚ ਆਪਣਾ ਭਾਂਡਾ ਮੂਧਾ ਮਾਰ ਦੇਣਾ। ਇਸ ਕਰਕੇ ਆਪਾਂ ਨੂੰ ਇਸ ਮਸਲੇ ਦੇ ਉੱਤੇ ਵਿਚਾਰ ਕਰਨਾ ਚਾਹੀਦਾ ਤੇ ਅੱਗੇ ਲੋਕਾਂ ਦਾ ਦਿਲ ਜਿੱਤ ਕੇ ਵਧਣਾ ਚਾਹੀਦਾ। ਤੇ ਦਿਲ ਕਿਉਂ ਨਹੀਂ ਜਿੱਤਿਆ ਗਿਆ ਇਹਦੇ ਬਾਬਤ ਆਪਾਂ ਜਾਣਦੇ ਹੀ ਆ, ਪਰ ਇਹ ਨਹੀਂ ਗੱਲ ਕਹੀ ਜਾ ਰਹੀ ਵੀ ਆਪਾਂ ਕਿਸਾਨਾਂ ਦੀ ਗੱਲ ਮੰਨ ਲੈਣੀ ਆ। ਕਿਸਾਨ ਵੀ ਆਪਣੇ ਹਨ, ਇਹਨਾਂ ਕਿਸਾਨਾਂ ਦੇ ਬਿਨਾਂ ਆਪਣਾ ਵੀ ਗੁਜ਼ਾਰਾ ਨਹੀਂ। ਇਹ ਸ਼ਬਦ ਕਿਸੇ ਦੇ ਮੂੰਹ ਦੇ ਵਿੱਚੋਂ ਕੱਢੇ ਨਹੀਂ ਜਾ ਰਹੇ, ਪਰ ਗੱਲ ਇਹ ਆ ਵੀ ਲੋਕਾਂ ਨੂੰ ਧਰਮ ਦੇ ਆਧਾਰ ਦੇ ਉੱਤੇ, ਜਾਤ ਦੇ ਆਧਾਰ ਤੇ, ਵਰਗ ਦੇ ਆਧਾਰ ਤੇ ਵੰਡਣ ਦੀ ਕੋਸ਼ਿਸ਼ ਜਿਹੜੀ ਆ ਸਮੇਂ-ਸਮੇਂ ਤੇ ਹੋਈ ਹੈ। ਤੇ ਲੋੜ ਇਸ ਵਕਤ ਇਸ ਗੱਲ ਦੀ ਹੈ ਕਿ ਜਿਹੜੇ ਸੂਬਿਆਂ 'ਚ ਚੋਣਾਂ ਹੋਣੀਆਂ ਉੱਥੇ ਵੀ, ਤੇ ਜਿੱਥੇ ਚੋਣਾਂ ਨਹੀਂ ਹੋਣੀਆਂ ਹਾਲੇ ਤੇ ਲੰਮੇ ਸਮੇਂ ਬਾਅਦ ਹੋਣੀਆਂ, ਉੱਥੇ ਵੀ ਸਭ ਨੂੰ ਇੱਕ ਸਮਾਨਤਾ ਦੇ ਮੁਤਾਬਕ ਦੇਖਿਆ ਜਾਵੇ, ਬਰਾਬਰਤਾ ਦੇ ਮੁਤਾਬਕ ਦੇਖਿਆ ਜਾਵੇ, ਲੋਕਾਂ ਦੀਆਂ ਲੋੜਾਂ ਦੀ ਪੂਰਤੀ ਕੀਤੀ ਜਾਵੇ। ਇਹ ਨਹੀਂ ਕਿ ਜਿੱਥੇ ਚੋਣਾਂ ਨਿਕਲ ਗਈਆਂ ਉੱਥੇ ਆਪਾਂ ਹੋਰ ਵਿਚਾਰ ਰੱਖਣੇ ਆ, ਜਿੱਥੇ ਚੋਣਾਂ ਹੋਣੀਆਂ ਉੱਥੇ ਆਪਾਂ ਹੋਰ ਵਿਚਾਰ ਰੱਖਣੇ ਆ। ਸੋ ਲੋੜ ਇਸ ਵਕਤ ਇਸ ਗੱਲ ਦੀ ਹੈ ਕਿ ਚੋਣਾਂ ਦੇ ਮਸਲੇ ਤੋਂ ਉੱਤੇ ਉੱਠ ਕੇ ਦੇਸ਼ ਦੇ ਹਿੱਤ ਦੇ ਵਿੱਚ ਸੋਚਿਆ ਜਾਵੇ, ਇੱਕ ਧਰਮ ਦੇ ਲਈ ਨਹੀਂ, ਸਮੁੱਚੇ ਧਰਮਾਂ ਦੇ ਲਈ, ਸਮੁੱਚੇ ਭਾਰਤ ਦੇ ਲੋਕਾਂ ਦੇ ਲਈ। ਖਬਰਾਂ ਦੋਸਤੋ ਕਈ ਹੋਰ ਵੀ ਸਨ, ਪਰ ਜੋ ਵਕਤ ਦੀ ਘਾਟ ਹੈ ਰੁਕਣ ਦਾ ਇਸ਼ਾਰਾ ਕਰ ਰਹੀ ਹੈ। ਕੱਲ੍ਹ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਆਗਿਆ ਦਿਓ। ਬਹੁਤ ਬਹੁਤ ਮਿਹਰਬਾਨੀ।